ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹੱਲਾ ਚੌਥਾ। ਰਾਗ ਆਸਾ ਘਰ ਛੇਵਾਂ ਕੇ ਤਿੰਨ। ਰਾਗ ਆਸਾ ਘਰ ਛੇਵਾਂ ਕੇ ਤਿੰਨ। ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਬਾਜੇ ਬੈਣ। ਗੁਰਮਤਿ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਣ। ਜੋਗੀ ਹਰ ਦੇਹੁ ਮਤੀ ਉਪਦੇਸ, ਜੁਗ ਜੁਗ ਹਰ ਹਰ ਏਕੋ ਵਰਤੈ। ਤਿਸ ਆਗੈ ਹਮ ਆਦੇਸ ਰਾਵ। ਗਾਵੈ ਰਾਗ ਭਾਂਤ ਬਹੁ ਬੋਲੇ, ਏ ਮਨੁਆ ਖੇਲੈ ਖੇਲ। ਜੋਵੈ ਕੂਪ ਸਿੰਚਨ ਕੋ ਬਸੁਦਾ, ਉਠ ਬੈਲ ਗਏ ਚਰਬੇਲ। ਕਾਇਆ ਨਗਰ ਮੈਂ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ। ਮਨੁਆ ਅਸਤਰ ਬੈਲ ਮਨ ਜੋਵੋ, ਹਰ ਸਿੰਚੋ ਗੁਰਮਤਿ ਜੇਤ। ਜੋਗੀ ਜੰਗਮ ਸਿਰ ਸਭ ਤੁਮਰੀ, ਜੋ ਦੇਹੁ ਮਤੀ ਤਿਤ ਚੇਲ। ਜਨ ਨਾਨਕ ਕੀ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ। ਤਉ ਮੈਂ ਆਇਆ ਸ਼ਰਨੀ ਆਇਆ, ਭਰੋਸੇ ਆਇਆ ਕਿਰਪਾ ਆਇਆ। ਜਿਉ ਭਾਵੈ ਤਿਉ ਰਾਖ ਸੁਆਮੀ, ਮਾਰਗ ਗੁਰ ਹੈ ਪਠਾਇਆ। ਜ਼ਾਹਰਾ ਜ਼ਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ, ਭਗਤੋ ਅਸ਼ਲ ਗਿਆਨ ਦੇ ਸਾਗਰ। ਗੁਰੂਆਂ ਭਗਤਾਂ ਭੱਟਾਂ ਸਿੱਖਾਂ ਦੀ ਇਲਾਹੀ ਬਾਣੀ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ, ਧੰਨਤਾ ਦੇ ਯੋਗ। ਅਸੀਂ ਸਭ ਵਡਭਾਗੇ ਹਾਂ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਦਇਆ ਕੀਤੀ ਹੈ। ਜੀਵਨ ਦੇ ਬਚੇ ਹੋਏ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਸਮਾਂ ਬਖਸ਼ਿਆ। ਗੁਰੂ ਸਾਹਿਬ ਨੇ ਦਇਆ ਕੀਤੀ ਹੈ, ਤੰਦਰੁਸਤੀ ਉਦਮ ਇਸ਼ਨਾਨ ਬਖਸ਼ਿਆ। ਆਪ ਹੀ ਮਹਾਰਾਜ ਜੀ ਨੇ ਪ੍ਰੇਰਨਾ ਦੇ ਕੇ ਆਪ ਹੀ ਉਦਮ ਬਖਸ਼ਿਆ। ਆਪ ਹੀ ਮਿਹਰ ਕਰਕੇ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ, ਆਪਣੀ ਗੋਦ ਵਿੱਚ ਸਾਨੂੰ ਬਿਠਾ ਦਿੱਤਾ। ਸੋ ਆਓ, ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਗੁਰੂ ਦੀ ਗੋਦ ਵਿੱਚ ਬੈਠੇ ਹੋਏ ਨੂੰ ਜ਼ਰੂਰ ਗੁਰੂ ਦਾ ਪਿਆਰ ਮਿਲੇ, ਗੁਰੂ ਦੀ ਅਸੀਸ ਮਿਲੇ। ਗੁਰੂ ਦੀ ਅਸੀਸ, ਗੁਰੂ ਦਾ ਪਿਆਰ ਮਿਲੇ ਤਾਂ ਜੋ ਖੁਸ਼ੀਆਂ ਦਾ ਮੇਲਾ ਹੋਵੇ, ਦੁੱਖ ਦਲਿੱਦਰ ਕਲੇਸ਼ ਦੂਰ ਹੋਣ ਔਰ ਮਨ ਜਿਹੜਾ ਉਹ ਖਿੜ ਜਾਵੇ। ਸੋ ਗੁਰੂ ਸਾਹਿਬ ਜੀ ਮਿਹਰ ਕਰ ਰਹੇ ਹਨ, ਕਰਦੇ ਹਨ, ਕਰਦੇ ਰਹਿਣਗੇ। ਗੁਰੂ ਸਾਹਿਬ ਮਿਹਰ ਕਰਦੇ ਹਨ, ਮਿਹਰ ਕਰ ਰਹੇ ਹਨ, ਮਿਹਰ ਕਰਦੇ ਰਹਿਣਗੇ। ਭਾਵੇਂ ਸਾਨੂੰ ਗੁਰੂ ਵਿਸਰ ਜਾਂਦਾ,
ਭਾਵੇਂ ਸਾਨੂੰ ਗੁਰੂ ਭੁੱਲ ਜਾਂਦਾ ਹੈ, ਪਰ ਗੁਰੂ ਨੂੰ ਆਪਣੀ ਮਿਹਰ, ਆਪਣੀ ਕਿਰਪਾ ਉਹ ਨਹੀਂ ਵਿਸਰਦੀ। ਸਾਨੂੰ ਭਾਵੇਂ ਆਪਣੀ ਡਿਊਟੀ ਭੁੱਲ ਜਾਏ, ਆਪਣਾ ਕਰਮ ਭੁੱਲ ਜਾਏ, ਪਰ ਗੁਰੂ ਜਿਹੜਾ ਹੈ ਉਹ ਕਦੀ ਵੀ ਆਪਣੀ ਡਿਊਟੀ ਜਾਂ ਆਪਣਾ ਕਰਮ ਸਾਡਾ ਮਾਲਕ ਨਹੀਂ ਭੁੱਲਦਾ। ਉਸ ਦੀ ਡਿਊਟੀ ਜਿਹੜੀ ਹੈ ਸਾਰੀ ਸ੍ਰਿਸ਼ਟੀ ਨੂੰ ਸੰਭਾਲਣ ਦੀ, ਪਾਲਣ ਦੀ ਲੱਗੀ ਹੋਈ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਭਾਉ ਕਰਿਆ। ਊੜੇ ਊੜੇ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ। ਮੈਨੂੰ ਤੁਹਾਨੂੰ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੀ ਫਿਕਰ ਲੱਗੀ ਹੋਈ ਹੈ। ਮਾਲਕ ਨੂੰ ਸਾਰੇ ਸੰਸਾਰ ਦੀ ਫਿਕਰ ਹੈ, ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਉਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ। ਸੋ ਇਸ ਕਰਕੇ ਮਾਲਕ ਸਭ 'ਤੇ ਨਜ਼ਰ ਜਿਹੜੀ ਹੈ ਉਹ ਰੱਖਦਾ। ਅਤੇ ਜਦੋਂ ਮਾਲਕ ਟੁੱਟ ਜਾਂਦਾ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਫਿਰ ਕੀਮਤੀ ਦਾਤ ਜਿਹੜੀ ਹੈ ਜਾਂ ਕੀਮਤੀ ਵਸਤੂ ਕਹਿ ਲਈਏ ਉਹ ਸਾਨੂੰ ਦੇ ਦਿੰਦਾ। ਸਭ ਤੋਂ ਕੀਮਤੀ ਵਸਤੂ ਅਸੀਂ ਰੋਜ਼ ਸੁਣਦੇ ਹਾਂ, ਉਹ ਹੈ ਨਾਮ ਗਿਆਨ, ਉਹ ਹੈ ਵਿਦਿਆ। ਵਿਦਿਆ ਮਤਲਬ ਗੁਣ ਕਹਿ ਸਕਦੇ ਹਾਂ, ਰੱਬੀ ਗੁਣ ਵੀ ਕਹਿ ਸਕਦੇ ਹਾਂ, ਕਰਮ ਵੀ ਕਹਿ ਸਕਦੇ ਹਾਂ। ਜਿਸ ਨੂੰ ਰੱਬ ਰੱਬੀ ਗੁਣ, ਬਰਕਤ, ਸੁੱਚੇ ਵਿਚਾਰ, ਅੱਛਾ ਜੀਵਨ ਨਾਮ ਦੁਆਰਾ ਹੀ ਮਿਲਦਾ। ਜਿਹਦੇ ਕੋਲ ਨਾਮ ਹੈ, ਉੱਚਾ ਸੁੱਚਾ ਜੀਵਨ ਉਹਦਾ ਹੀ ਹੁੰਦਾ। ਜਿਸ 'ਤੇ ਮਾਲਕ ਮਿਹਰ ਕਰਦਾ ਉਸ ਨੂੰ ਗਿਆਨ ਨਾਮ ਦੇ ਦਿੰਦਾ। ਉਹਦੇ ਨਾਲ ਮਨੁੱਖ ਦਾ ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾਂ ਸਾਹਮਣੇ। ਤਨ ਕਰਕੇ ਅਤੇ ਮਨ ਕਰਕੇ ਉਹ ਇਨਸਾਨ ਜਿਹੜਾ ਹੈ ਪ੍ਰਸੰਨ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਨਿਸ਼ਚਿੰਤ ਹੋ ਜਾਂਦਾ ਹੈ, ਚਿੰਤਾ ਮੁਕਤ ਹੋ ਜਾਂਦਾ ਹੈ ਔਰ ਰਿਲੈਕਸ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰੂ ਦੀ ਰੋਜ਼ ਸਿਫਤ ਅਸੀਂ ਸਰਵਣ ਕਰਦੇ ਹਾਂ। ਜਿੰਨੀ ਵੀ ਸਿਫਤ ਅਸੀਂ ਕਰੀਏ ਓਨੀ ਹੀ ਥੋੜ੍ਹੀ ਹੈ, ਅਤੇ ਜਿੰਨਾ ਭਰੋਸਾ ਅਤੇ ਜਿੰਨੀ ਸ਼ਰਧਾ ਗੁਰੂ 'ਤੇ ਰੱਖੀਏ ਓਨੀ ਥੋੜ੍ਹੀ ਹੈ। ਅਤੇ ਉਹਦੇ ਮੁਤਾਬਕ ਹੀ ਗੁਰੂ ਸਾਹਿਬ ਨੇ ਸਾਡੀਆਂ ਜਿਹੜੀਆਂ ਅੰਦਰਲੀਆਂ ਭਾਵਨਾ ਹਨ ਉਹਨਾਂ ਨੂੰ ਫਲ ਲਾਉਣੇ ਹਨ, ਉਹ ਸ਼ਰਧਾ ਸਾਡੀਆਂ ਪੂਰੀਆਂ ਕਰਨੀਆਂ ਹਨ। ਇਸ ਕਰਕੇ ਗੁਰੂ ਦੇ ਨਾਲ, ਗੁਰੂ ਦੇ ਕੋਲ ਪੂਰੀ ਸ਼ਰਧਾ, ਪੂਰੇ ਭਰੋਸੇ ਦੇ ਨਾਲ, ਪੂਰੀ ਤਨਦੇਹੀ ਦੇ ਨਾਲ, ਪੂਰੇ ਮਨ ਦੇ ਨਾਲ ਗੁਰੂ ਦੇ ਕੋਲ ਆਈਏ ਅਤੇ ਗੁਰੂ ਕੋਲ ਬਖਸ਼ਿਸ਼ ਖੁਸ਼ੀ ਲੈ ਕੇ ਜਾਈਏ। ਕਿਉਂਕਿ ਜਦੋਂ ਸਾਡਾ ਪੂਰਾ ਭਰੋਸਾ, ਪੂਰੀ ਸ਼ਰਧਾ ਹੁੰਦੀ ਹੈ, ਫਿਰ ਹੀ ਆਵਾਜ਼ ਸਾਡੀ ਜਿਹੜੀ ਹੈ ਉਹ ਗੁਰੂ ਤੱਕ ਪਹੁੰਚਦੀ ਹੈ। ਜੇ ਆਵਾਜ਼ ਇੱਕ ਸਾਈਡ ਤੋਂ ਦੂਜੀ ਸਾਈਡ ਨਾ ਪਹੁੰਚੇ, ਜੇ ਬੈਲ ਨਾ ਖੜਕੇ, ਬੈਲ ਨਾ ਵੱਜੇ, ਧਿਆਨ ਦੇਣਾ, ਘਰ ਦਾ ਕੁੰਡਾ ਨਾ ਖੜਕੇ ਜਾਂ ਘਰ ਦੇ ਬਾਹਰ ਦਰਵਾਜ਼ੇ 'ਤੇ ਲੱਗੀ ਬੈਲ ਡੋਰ 'ਤੇ ਨਾ ਵੱਜੇ, ਅਤੇ ਅੰਦਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੋਈ ਆਇਆ ਕਿ ਨਹੀਂ, ਕੋਈ ਨਹੀਂ ਆਇਆ। ਉਹ ਕਹਿੰਦੇ ਬੈਲ ਬੰਦ ਸੀ, ਉਹ ਆਵਾਜ਼ ਨਹੀਂ ਆਈ। ਜਾਂ ਅਸੀਂ ਗੇਟ ਦੇ ਕੁੰਡੇ ਦੀ ਉਹ ਜਿਹੜਾ ਖੜਕਾ ਸੀ ਉਹ ਸੁਣਿਆ ਨਹੀਂ, ਅਸੀਂ ਤਾਂ ਨਹੀਂ ਕੁੰਡਾ ਖੋਲ੍ਹਿਆ, ਕਿਉਂਕਿ ਸਾਡੇ ਤੱਕ ਤੁਹਾਡੀ ਆਵਾਜ਼ ਨਹੀਂ ਆਈ। ਜਦੋਂ ਤੱਕ ਆਵਾਜ਼ ਨਹੀਂ ਅੰਦਰ ਜਾਂਦੀ ਉਦੋਂ ਤੱਕ ਬਾਹਰ ਗੇਟ 'ਤੇ, ਬੂਹੇ 'ਤੇ, ਦਰਵਾਜ਼ੇ 'ਤੇ ਬੰਦਾ ਖਲੋਤਾ ਖੜਾ ਕਈ ਵਾਰ ਵਾਪਸ ਮੁੜ ਜਾਂਦਾ। ਉਹਨੂੰ ਇੱਦਾਂ ਲੱਗਦਾ ਘਰੇ ਨਹੀਂ ਕੋਈ ਹੈ। ਘਰ ਦੇ ਵਿੱਚ ਤਾਂ ਸਾਰੇ ਹੁੰਦੇ ਹਨ, ਘਰ ਤਾਂ ਤੇਰੇ ਸਭ ਕੁਛ ਹੈ, ਪਰ ਉੱਥੇ ਤੱਕ ਆਵਾਜ਼ ਨਹੀਂ ਪਹੁੰਚਦੀ। ਇਸ ਕਰਕੇ ਕੁੰਡਾ ਨਹੀਂ ਖੁੱਲ੍ਹਦਾ। ਸਾਡੀ ਆਵਾਜ਼ ਜਿਹੜੀ ਹੈ ਗੁਰੂ ਦੇ ਦਰ 'ਤੇ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ੍ਹ ਕੇ ਵੜ। ਸਾਡੀ ਆਵਾਜ਼ ਵੀ ਉਸ ਦੇ ਦਰ 'ਤੇ ਇਸ ਪ੍ਰਕਾਰ ਪਹੁੰਚਦੀ ਹੈ
भी केसो केसो कूकी है ना सोइए आसार, रात दिवस के कूकने कबहू के सुने पुकार। अपनी आवाज़ निरंतर सानू चालू रखनी चाहिए है, सानू हमेशा बोलते रहना चाहिए, सानू हमेशा अरदास करते रहना चाहिए, सानू अपना शरधा जां भरोसे रूपी मूँह नू खुला रखना चाहिए, तां जो जां इंज भी कह लीए सीधी गल भी दरवाज़ा खुला रखना चाहिए जिहड़ा मर्जी आ जाए। पर बाहरले दरवाजे ना खोलियो जो संसारी बोए ने, नहीं तो गलत आंसर आ जाएंगे। गल असी अंदरले दरवाजे की करते हैं, मन जां शरधा प्रेम रूपी दरवाजा, घर का दरवाजा नहीं खोलना, वो अज के युग में बंद ही रखा करो। पर ध्यान जरूर रखना भी कोई आया ये ना होवे भी दरवाज़ा बंद होवे, कोई अपना खास ही मुड़ के चला जाए। ध्यान देना, कई बार आउंदे ने स्नेह देन आउंदे ने, कोई चिट्ठी देन आ जाए, कोई पत्र देन आ जाए, कोई चैक देन आ जाए, कोई दरवाज़ा ना खोले। ध्यान देना, जागो जागो सुत्यो चलिया वणजारा। इस करके गुरु होका दे रहा है, गुरु सानू उची उची बोल के कह रहा भी उठो जागो, दरवाज़ा खोलो, कुंडा खोलो। तुहाडे तक आवाज़ अपड़ी या नहीं, जिहदे अपड़ गई पहुँच गई उसने भज के दरवाज़ा खोल दिता। कहते भज के खोलो, डैडी जी आए ने, भज के खोलो, मम्मी जी आए हैं, भज के खोलो, सस आई है, भज के खोलो, सहुरा जी आए ने, भज के खोलो, मामा जी आए ने। क्यों? क्योंकि उन्हां दे नाल बड़ा प्रेम हुंदा ते भज के दरवाज़ा खोल दे। सो ठाकुर तुम शरनाई आया, असी भी उहदी शरण ते आए हैं, ते हुण अंदरों असी भावना दे नाल उस नूं आवाज़ मारनी है, ते उसने भी दरवाज़ा खोलना है। किहड़ा? ज्ञान वाला, ज्ञान वाला बूहा। जदों असी आवाज़ लगानी है उसने अपने ज्ञान वाला दरवाज़ा खोल देना, असी अंदर इंटर हो जाना। असी ज्ञान वाला दरवाज़ा ही खोल रहे हैं शब्द की विचार राही। जदों साडा भरोसा, साडी शरधा बज गई भी हाँ जो कुछ सानू मिल रहा है महाराज जी की बख्शिश है, महाराज जी की बख्शिश है, इस करके रब परोस के दे रहा है, रब चबा चित के दे रहा है। जिवें निक्का जिहा न्याणा हुंदा ना, कई बार बीबियां अपने मूँह दे विच जड़ी सख्त चीज़ उन्होंने चित के ते मूँह चों कढ़ के बच्चे दे मूँह दे विच पा दिंदियां ने। इस तरह पंछी भी करते हैं, अपने मूँह दे विच चोगा चुक के लिया के अपने निक्के निक्के पल रहे बच्चों के मूँह विच पा दिंदे ने। गुरु भी साडे मूँह दे विच ज्ञान रूपी भोजन पाउंदा है, शब्द रूपी भोजन कह लईए पाउंदा है, और वो गुरु दे कोल बिल्कुल तैयार किया होया भोजन पिया होया, तैयार किया होया भोजन पिया होया। वो गुरु जिहड़ा सेवक दे मूँह दे विच पाउंदा। ये हुण सेवक दी मर्जी है भी वो उसनूं अपने मूँह दे विच पा के रखदा है, अंदर लगा लैंदा है कि मूँह दे विच पाउंदा ही नहीं। दुनियावी उदाहरण दे के सौखी समझ लग जाती है। नियाणे नूं तुसीं दवाई देन लगो, चमचा भर के वो मूँह लागे करो, मूँह सज्जे खब्बे करदा, मूँह बंद कर लैंदा, फिर एक हत्थ दे नाल उहदे मूँह नूं दब के फिर चमचा उहदे बुट्टां दे विच फसा के फिर धक्के दे नाल पाया जांदा है। वो ना 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 करदा होया फिर उहदे अंदर कई बार लंघ जांदी है, हथों भी लग जांदा है, पर फिर उसनूं आराम मिलदा है, आराम मिलदा है। जदों कोई सियाणा पींदा दवाई, उन्होंने पता होंदा भी ये है तो कड़वी कौड़ी, पर उन्होंने ये ज्ञान हो जाता भी इसने मेरा रोग दूर कर देना, वो बड़ी आसानी नाल पी जाता है। एक जिहड़ा अनजान हुंदा, छोटा बच्चा हुंदा, दवाई नूं छेती पींदा नहीं, जदों कोई सियाणा हो जाता है उन्होंने आसानी नाल पी जाता, क्योंकि उन्होंने ज्ञान हो जाता है भी ये दवाई मेरा दारू है, ये दवाई मेरी दारू है। एक अज्ञानी बंदा जिन्होंने पता कुछ नहीं, उन्होंने धक्के नाल ज्ञान मूँह च पाई जाओ, कन्ना च पाई जाओ, वो पैंदा नहीं, बड़ा मुश्किल है। जिवें न्याणा अड़ी करदा, कई बार चमचे विच पाई दवाई भी हत्थ मार के रोड़ दिंदा,
ਗਲਾਸੀ ਵਿੱਚ ਪਾਇਆ ਪਾਣੀ ਵੀ ਪੈਰ ਮਾਰ ਕੇ ਰੋੜ ਦਿੰਦਾ, ਕਿਉਂਕਿ ਉਹਨੂੰ ਪਤਾ ਨਹੀਂ। ਅਗਿਆਨੀ ਮਨੁੱਖ ਵੀ ਐਸਾ, ਗੁਰੂ ਨਾਮ ਰੂਪੀ ਗਿਆਨ ਰੂਪੀ ਦਵਾਈ ਜਿਹੜੀ ਹੈ ਉਹ ਆਪਣੇ ਸੇਵਕ ਨੂੰ ਦਿੰਦਾ ਹੈ। ਜਿਹੜਾ ਅਗਿਆਨੀ ਹੁੰਦਾ ਉਹ ਲੈਂਦਾ ਨਹੀਂ। ਉਹ ਕਹਿੰਦਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ। ਉਹ ਕਹਿੰਦਾ ਇਹ ਚੀਜ਼ਾਂ ਐਵੇਂ ਨੇ, ਫਾਲਤੂ ਨੇ, ਵਿਹਲੇ ਲੋਕ ਲੱਗੇ ਨੇ ਕਥਾ ਕਰਨ। ਉਹ ਇੱਦਾਂ ਕਹਿੰਦਾ, ਵਿਹਲੇ ਲੋਕ ਲੱਗੇ ਨੇ ਗੁਰਦੁਆਰੇ ਮੰਦਰਾਂ 'ਚ ਜਾਣ, ਆਪਣਾ ਕੰਮ ਕਰੋ, ਆਪਣਾ ਕੰਮ ਕਰੋ। ਫਿਰ ਜਿਹੜਾ ਸਕੂਲ ਵਿੱਚ ਜਾਂਦਾ ਬੱਚਾ ਉਹਨੂੰ ਵੀ ਨਹੀਂ ਭੇਜਣਾ ਚਾਹੀਦਾ। ਕਾਹਤੋਂ ਭੇਜਣਾ, ਵੀ ਉਹ ਵੀ ਵਿਹਲਾ ਹੀ ਹੈ। ਉਹਨੂੰ ਕਾਹਦੇ ਲਈ ਭੇਜਿਆ ਜਾਂਦਾ? ਗੁਰੂਦੁਆਰੇ ਹੋਏ ਸੋਝੀ ਪਾਇਸੀ। ਕਈਆਂ ਕੋਲੋਂ ਇੰਝ ਵੀ ਸੁਣੀਦਾ ਵੀ ਐਵੇਂ ਵਿਹਲੇ ਬੋਲੇ ਜਿਹੜੇ ਲੋਕ ਨੇ ਉਹ ਗੁਰਦੁਆਰਿਆਂ ਦੇ ਵਿੱਚ ਤੁਰੇ ਰਹਿੰਦੇ ਨੇ, ਜਾਂ ਉੱਥੇ ਬੈਠੇ ਵੀ ਜਿਹੜੇ ਵਿਹਲੇ ਹੁੰਦੇ ਨੇ, ਵਿਹਲੇ ਨਹੀਂ ਹੁੰਦੇ। ਦਫ਼ਤਰਾਂ ਦੇ ਵਿੱਚ ਅਸੀਂ ਜਾਈਦਾ ਆਪਣਾ ਕੰਮ ਕਰਾਉਣ ਦੇ ਲਈ, ਉਹ ਵਿਹਲੇ ਕੁਰਸੀ 'ਤੇ ਬੈਠੇ ਹੁੰਦੇ ਨੇ, ਉਹ ਸੇਵਾ ਦੇ ਵਿੱਚ ਬੈਠੇ ਹੁੰਦੇ ਨੇ, ਪਬਲਿਕ ਦੇ ਸਰਵੈਂਟ। ਉਹ ਸਾਡਾ ਕੰਮ ਕਰਨ ਲਈ ਬੈਠੇ ਹੁੰਦੇ ਨੇ। ਜੇ ਉੱਠ ਜਾਣ ਕੁਰਸੀਆਂ ਤੋਂ ਤਾਂ ਸਾਡੇ ਕੰਮ ਨਾ ਹੋਣ। ਇਹ ਬਾਹਰਲੀ ਦੁਨੀਆ ਦਾ ਸਾਨੂੰ ਸਭ ਨੂੰ ਗਿਆਨ ਹੈ ਵੀ ਇਹ ਕੰਮ ਹੈ, ਆਹ ਕੰਮ ਹੈ, ਉਹ ਕੰਮ ਹੈ। ਜਿਹੜੀ ਅੰਦਰਲੀ ਦੁਨੀਆ ਦਾ ਉਹਦਾ ਸਾਨੂੰ ਗਿਆਨ ਨਹੀਂ। ਇਸ ਕਰਕੇ ਇੱਦਾਂ ਲੱਗਦਾ ਵੀ ਇਹ ਵਾਧੂ ਕੰਮ ਹੈ ਜਿਹੜਾ ਲੋਕ ਕਰਦੇ ਪਏ ਨੇ। ਇਹਦਾ ਕੋਈ ਫਾਇਦਾ? ਇਹਦਾ ਬਹੁਤ ਫਾਇਦਾ। ਗਿਆਨ ਦਾ ਬਹੁਤ ਫਾਇਦਾ, ਨਾਮ ਦਾ ਬਹੁਤ ਫਾਇਦਾ। ਦੁਨੀਆ ਦੇ ਵਿੱਚ ਵੱਡੇ ਵੱਡੇ ਲੋਕ ਰੋਂਦੇ ਨੇ, ਧਨਾਢ ਸ਼ਾਹੂਕਾਰ ਅਮੀਰ ਕਲਪਦੇ ਨੇ, ਕਲੇਸ਼ਾਂ ਦੇ ਵਿੱਚ ਪਏ ਹੋਏ ਨੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਪਰ ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਕਿਉਂਕਿ ਨਾਮ ਦਾ ਮਤਲਬ ਇੱਕ ਗਿਆਨ ਹੈ। ਜਿਵੇਂ ਸਕੂਲੋਂ ਬੱਚਾ ਆਪਣੀ ਬੁੱਧੀ ਨੂੰ ਵਿਕਸਿਤ ਕਰਨ ਦੇ ਲਈ ਗਿਆਨ ਲੈਂਦਾ, ਸੰਸਾਰ ਦੇ ਵਿੱਚ ਚੱਲਣ ਦੇ ਲਈ ਗਿਆਨ ਲੈਂਦਾ, ਇਸੇ ਤਰ੍ਹਾਂ ਗੁਰੂ ਤੋਂ ਆਤਮਿਕ ਗਿਆਨ ਮਿਲਦਾ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਦੁਨੀਆ ਦੇ, ਉਹਨਾਂ ਤੋਂ ਸਾਨੂੰ ਆਤਮਿਕ ਗਿਆਨ ਮਿਲਦਾ। ਪਰ ਜੇ ਇਸ ਦੀ ਕੋਈ ਲੋੜ ਸਮਝੇ ਉਸ ਨੂੰ ਮਿਲਦਾ, ਸਾਰਿਆਂ ਨੂੰ ਨਹੀਂ ਮਿਲਦਾ। ਜੇ ਕੋ ਖਾਵੇ ਜੇ ਕੋ ਪਹੁੰਚੇ, ਜੇ ਕੋਈ ਇਸ ਦੀ ਇੱਛਾ ਰੱਖਦਾ ਉਸ ਨੂੰ ਮਿਲਦਾ, ਸਭ ਨੂੰ ਨਹੀਂ ਮਿਲਦਾ। ਜਿਹਨੂੰ ਮਿਲ ਜਾਂਦਾ ਉਹਦੀ ਜ਼ਿੰਦਗੀ ਬਣ ਜਾਂਦੀ ਹੈ, ਸਵਰ ਜਾਂਦੀ ਹੈ। ਧਿਆਨ ਦੇਣਾ, ਦੁਨੀਆ ਦੇ ਵਿੱਚ ਮੈਂ ਅਕਸਰ ਗੱਲ ਕਰਦਾ ਹੁੰਦਾ, ਕਈ ਪੜ੍ਹੇ ਲਿਖੇ ਬੰਦੇ ਵੀ ਬੜੇ ਨਸ਼ਈ ਦੇਖੇ ਨੇ, ਸ਼ਰਾਬ ਪੀਂਦੇ ਨੇ। ਨੌਕਰੀਆਂ ਕਰਨ ਵਾਲੇ ਵੀ ਵਧੀਆ ਪੋਸਟਾਂ ਦੇ ਉੱਪਰ ਵੀ, ਉਹ ਵੀ ਇੰਨੀ ਡਰਿੰਕ ਕਰਦੇ ਨੇ ਵੀ ਉਹਨਾਂ ਨੂੰ ਆਪਣਾ ਆਪ ਭੁੱਲ ਜਾਂਦਾ। ਅਸੀਂ ਕਾਲਜ ਪੜ੍ਹਦੇ ਸੀ, ਉੱਥੇ ਇੱਕ ਪ੍ਰੋਫੈਸਰ ਸੀ, ਉਹ ਪੀ ਕੇ ਆਉਂਦਾ ਸੀ, ਸ਼ਰਾਬ ਪੀ ਕੇ। ਮਤਲਬ ਕਹਿੰਦਾ ਉਹਨਾਂ ਨੂੰ ਉਹ ਵਿੱਦਿਆ ਤਾਂ ਉਹਨਾਂ ਦੇ ਕੋਲ ਬਹੁਤ ਹੈ, ਪਰ ਇਹ ਸੂਝ ਨਹੀਂ ਹੈ, ਇਹ ਅਕਲ ਨਹੀਂ ਹੈ ਵੀ ਇਹ ਚੀਜ਼ ਮਾੜੀ ਹੈ, ਇਸ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਕੋਲ ਵਿੱਦਿਆ, ਸਾਰੀ ਵਿੱਦਿਆ ਉਹਨਾਂ ਦੇ ਕੋਲ ਵਿੱਦਿਆ ਹੋਣ ਦੇ ਬਾਵਜੂਦ ਵੀ ਉਹ ਗਲਤ ਕਰਮ ਕਰੀ ਜਾ ਰਹੇ ਨੇ। ਪਰ ਜਿਸ ਕੋਲ ਆਤਮ ਗਿਆਨ ਹੁੰਦਾ ਹੈ, ਆਤਮ ਗਿਆਨ, ਉਹ ਜਿਹੜਾ ਹੈ ਉਹ ਕਦੇ ਵੀ ਗਲਤੀ ਨਹੀਂ ਕਰਦਾ। ਉਹਨੂੰ ਪਤਾ ਵੀ ਇਸ ਚੀਜ਼ ਦਾ ਨਤੀਜਾ, ਮੈਨੂੰ ਬਾਣੀ ਵਿੱਚ ਮੈਂ ਸੁਣਿਆ, ਗਿਆਨ ਮਿਲਿਆ ਵੀ ਇਸ ਚੀਜ਼ ਦਾ ਨਤੀਜਾ ਬੜਾ ਮਾੜਾ ਹੈ, ਇਸ ਚੀਜ਼ ਦਾ ਮੈਂ ਸੇਵਨ ਕਰਾਂਗਾ ਬਹੁਤ ਮਾੜਾ ਹੈ, ਇਹ ਚੀਜ਼ ਨੂੰ ਮੈਂ ਭੋਗਾਂਗਾ, ਇਸ ਦਾ ਰਿਜ਼ਲਟ ਬਹੁਤ ਮਾੜਾ ਹੈ। ਇਹ ਉਸ ਨੂੰ ਜਿਹੜਾ ਬਾਹਰਲੀ ਵਿੱਦਿਆ ਦੱਸਦੀ ਹੈ, ਪਰ ਬਾਹਰਲੀ ਵਿੱਦਿਆ 'ਤੇ ਪੜਦਾ ਪੈ ਜਾਂਦਾ, ਉਹ ਬੰਦਾ ਗਲਤ ਕਰਮ ਕਰ ਲੈਂਦਾ। ਧਿਆਨ ਦੇਣਾ, ਜਿਹੜੀ ਰਿਸ਼ਵਤ ਹੈ ਉਹ ਕਿੰਨੀ ਮਾੜੀ ਹੈ, ਪਰ ਪੜ੍ਹੇ ਲਿਖੇ ਲੋਕ ਲੈਂਦੇ ਨੇ। ਧਿਆਨ ਦੇਣਾ, ਰਿਸ਼ਵਤ ਆਮ ਲੋਕੀ ਘੱਟ ਲੈਂਦੇ ਨੇ, ਪਰ ਜ਼ਿਆਦਾ ਜਿਹੜੇ ਨੇ ਕੁਰਸੀਆਂ 'ਤੇ ਬੈਠੇ ਨੇ ਉਹ ਪੜ੍ਹੇ ਲਿਖੇ ਉਹ ਲੈਂਦੇ ਨੇ। ਅਤੇ ਇਹਦਾ ਮਤਲਬ ਜਿਹੜਾ ਉਹਨਾਂ ਨੇ ਕਾਲਜਾਂ ਦੇ ਵਿੱਚ ਵਿੱਦਿਆ ਪ੍ਰਾਪਤ ਕੀਤੀ, ਉੱਥੇ ਉਹਨਾਂ ਨੂੰ ਸਿਖਾਇਆ ਵੀ ਗਿਆ ਸੀ ਵੀ ਇਮਾਨਦਾਰ ਰਹਿਣਾ, ਪਰ ਉਹਨਾਂ ਨੇ ਅਸਰ ਨਹੀਂ ਕੀਤਾ। ਅਤੇ ਉਹ ਕਈ ਵਾਰ ਵਿਜੀਲੈਂਸ ਵਾਲੇ ਮਾਰਦੇ ਨੇ ਛਾਪਾ, ਉਹ ਫਸ ਜਾਂਦੇ ਨੇ ਅਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਉਹਨਾਂ ਕੋਲ ਵਿੱਦਿਆ ਵੀ ਸੀ, ਉਹ ਵਿੱਦਿਆ ਵਾਲੀ ਅਕਲ ਸੀ, ਪਰ ਉਹਨਾਂ ਦੀ ਕੰਮ ਨਹੀਂ ਆਈ। ਅਤੇ ਜੇ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਪੰਕਤੀ ਪੜ੍ਹ ਲਈ ਹੁੰਦੀ, ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ।
ਜੇ ਉਹਨਾਂ ਨੂੰ ਇਹ ਪੰਕਤੀ ਸੁਣ ਜਾਂਦੀ ਵੀ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਉਹਨਾਂ ਨੇ ਇਹ ਪੰਕਤੀਆਂ ਸੁਣੀਆਂ ਹੁੰਦੀਆਂ ਗਿਆਨ ਵਾਲੀਆਂ ਤੇ ਉਹ ਰੁਕ ਜਾਂਦੇ ਬਈ ਵੀ ਇਹ ਸਾਡੇ ਗੁਰੂਆਂ ਨੇ, ਸਾਡੇ ਵਾਹਿਗੁਰੂ ਨੇ, ਸਾਡੇ ਮਾਲਕ ਨੇ ਸਾਨੂੰ ਇਹ ਚੀਜ਼ ਗਿਆਨ ਦਿੱਤਾ ਹੈ, ਇਸ ਕਰਕੇ ਅਸੀਂ ਇਸ ਤੋਂ ਹਟ ਜਾਈਏ, ਮੁੜ ਜਾਈਏ ਨਾ ਕਰੀਏ, ਇਹਦਾ ਸਿੱਟਾ ਬਹੁਤ ਮਾੜਾ ਜਾਂ ਭੈੜਾ ਨਿਕਲੇਗਾ। ਸੋ ਇਸ ਕਰਕੇ ਜ਼ਰੂਰੀ ਹੋ ਗਿਆ ਨਾ ਇਹ ਗਿਆਨ। ਅਤੇ ਇਹ ਗਿਆਨ ਜਿਹੜਾ ਹੈ, ਇਹ ਜਿਹੜਾ ਗਿਆਨ ਹੈ ਜਿਹਨੂੰ ਕਹਿੰਦੇ ਨੇ ਆਤਮਿਕ ਗਿਆਨ, ਇਹ ਅਕਸਰ ਲੋਕ ਨਾ ਆਪਣੀ ਜਵਾਨੀ ਲੰਘਾ ਕੇ ਬੁਢੇਪਾ ਤੱਕ ਵੀ ਲੰਘ ਜਾਂਦਾ, ਬਾਅਦ ਵਿੱਚ ਲੈਣਾ ਸ਼ੁਰੂ ਕਰ ਦਿੰਦੇ। ਨਿਆਣੇ ਨੂੰ 2.5 ਸਾਲ ਦੀ ਉਮਰ 'ਚ ਕਹਿੰਦਾ ਪਾ ਦਈਏ ਸਕੂਲੇ, ਬੱਚੇ ਨੂੰ 2.5-3 ਸਾਲ ਦੀ ਉਮਰ ਦੇ ਵਿੱਚ ਸਕੂਲੇ ਪਾਉਣਾ ਚਾਹੁੰਦਾ ਹੈ। ਪਰ ਜਿਹੜਾ ਗਿਆਨ ਹੈ, ਆਤਮਿਕ ਗਿਆਨ ਹੈ, ਉਹਨੂੰ ਲੈਣ ਦੇ ਲਈ ਬੰਦਾ ਦੇਰੀ ਕਰਦਾ ਹੈ। ਧਿਆਨ ਦੇਣਾ, ਉਸ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਕਹਿੰਦਾ ਅਜੇ ਸਮਾਂ ਨਹੀਂ, ਅਜੇ ਬਚਪਨ ਹੈ, ਅਜੇ ਨਿਆਣੇ ਨਿੱਕੇ ਹੈ, ਅਜੇ ਜਵਾਨੀ ਹੈ, ਖਾਣ ਪੀਣ ਦਾ ਸਮਾਂ। ਹੁਣੇ ਇਹਨਾਂ ਨੂੰ ਧਰਮ ਵੱਲ ਤੋਰ ਦਿਓ, ਹੁਣੇ ਉਹਨਾਂ ਨੂੰ ਇੱਧਰ ਲਾ ਦਿਓ, ਕਿਤੇ ਸੰਤ ਸਾਧ ਹੀ ਨਾ ਬਣ ਜਾਣ। ਵੀ ਸੰਤ ਸਾਧ ਕੋਈ ਬੱਚਾ ਬਣ ਜਾਏ ਚੰਗੀ ਗੱਲ ਹੈ, ਠੱਗ ਤਾਂ ਨਾ, ਚੋਰ ਤਾਂ ਨਾ ਬਣੇ, ਠੱਗ ਤਾਂ ਨਾ ਬਣੇ। ਸੰਤ ਦੇ ਚਾਹੀਦੇ ਨੇ, ਸਾਧੂ ਦੇ ਚਾਹੀਦੇ ਨੇ, ਗੁਰਮੁਖ ਦੇ ਚਾਹੀਦੇ ਨੇ। ਦੁਨੀਆ ਸੰਸਾਰ ਹੈ ਹੀ ਉਹਨਾਂ ਦੇ ਸਿਰ 'ਤੇ। ਜੇ ਕੋਈ ਸੰਤ ਭਗਤ ਰੱਬ ਦਾ ਪਿਆਰਾ ਬਣ ਜਾਏਗਾ ਤਾਂ ਖਰੀ ਗੱਲ ਹੈ, ਚੰਗੀ ਗੱਲ ਹੈ। ਮਾੜਾ ਨਹੀਂ ਬਣਨਾ ਚਾਹੀਦਾ, ਪਾਪੀ ਨਹੀਂ ਬਣਨਾ ਚਾਹੀਦਾ, ਨਿੰਦਕ ਚੁਗਲਖੋਰ ਨਹੀਂ ਬਣਨਾ ਚਾਹੀਦਾ, ਅਪਰਾਧੀ ਨਹੀਂ ਬਣਨਾ ਚਾਹੀਦਾ, ਭਲਾ ਪੁਰਖ ਬਣ ਜਾਣਾ ਚਾਹੀਦਾ। ਉਹ ਬਚਪਨ ਦੇ ਵਿੱਚ ਹੀ ਰੋਜ਼ ਦੇ ਪੜ੍ਹਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਦੀਆਂ ਉਮਰਾਂ ਕਿੰਨੀਆਂ ਸੀ, ਉਹ ਕਿ ਬੁੱਢੇ ਸੀ ਜਾਂ ਜਵਾਨ ਸੀ, ਨਿੱਕੀਆਂ ਨਿੱਕੀਆਂ ਉਮਰਾਂ ਸੀ ਉਹਨਾਂ ਦੀਆਂ। ਅਤੇ ਭਗਤ ਕਬੀਰ ਜੀ ਨੇ ਉਹਨਾਂ ਦੀ ਉਦਾਹਰਨ ਦੇ ਕੇ ਕਿਹਾ ਵੀ ਉੱਦਾਂ ਜਪਿਓ ਜਿਵੇਂ ਧਰੂ ਪ੍ਰਹਿਲਾਦ ਉਹਨਾਂ ਨੇ ਜਪਿਆ। ਇੰਨਾ ਭਰੋਸਾ ਰੱਖਿਆ, ਉਹਨਾਂ ਨੂੰ ਮਾਰ ਮੁਕਾ ਦੇਣ ਲੱਗੇ, ਫਿਰ ਵੀ ਉਹਨਾਂ ਨੇ ਰਾਮ ਦਾ ਨਾਮ ਨਹੀਂ ਛੱਡਿਆ, ਉੱਦਾਂ ਜਪੋ। ਇਸ ਕਰਕੇ ਜਿਹੜਾ ਆਤਮਿਕ ਗਿਆਨ ਹੈ, ਇਹਨੂੰ ਲੈਣ ਦੇ ਵਿੱਚ ਬੰਦਾ ਦੇਰੀ ਕਰਦਾ ਹੈ, ਅਤੇ ਜਦੋਂ ਸਾਰਾ ਕੁਛ ਗਵਾਚ ਜਾਂਦਾ ਫਿਰ ਕਹਿੰਦਾ ਆਤਮਿਕ ਗਿਆਨ ਲੈਣ ਚਲੀਏ, ਧਰਮੀ ਬਣਨ ਚਲੀਏ। ਮਹਾਰਾਜ ਜੀ ਕਹਿੰਦੇ ਫਿਰ ਧਰਮ ਦੀ ਗੱਲ ਕਰਨੀ ਇਹ ਮਜ਼ਾਕ ਜਿਹਾ ਹੈ। ਠੀਕ ਹੈ ਜੀ, ਜਦੋਂ ਬੰਦੇ ਦੇ ਵੱਸ ਕੋਈ ਚੀਜ਼ ਨਹੀਂ ਰਹਿੰਦੀ, ਸਭ ਕੁਝ ਖਾਣ ਪੀਣ ਛੱਡ ਦੇਵੇ, ਫਿਰ ਕਹੇ ਵੀ ਹੁਣ ਤਾਂ ਮੈਂ ਕੁਝ ਖਾਂਦਾ ਪੀਂਦਾ ਨਹੀਂ, ਸ਼ਾਕਾਹਾਰੀ ਹਾਂ, ਉਹਦੀ ਤਾਂ ਮਜਬੂਰੀ ਹੈ, ਉਹਦੀ ਤਾਂ ਮਜਬੂਰੀ ਹੈ। ਹੁਣ ਸਰੀਰ ਇਜਾਜ਼ਤ ਨਹੀਂ ਦਿੰਦਾ ਸੰਸਾਰ ਦੇ ਰਸਾਂ ਜਾਂ ਭੋਗਾਂ ਨੂੰ ਮਾਣੇ, ਅਤੇ ਬੰਦਾ ਕਹੇ ਜੀ ਨਹੀਂ ਹੁਣ ਤਾਂ ਮੈਂ ਸਭ ਕੁਝ ਛੱਡ ਦਿੱਤਾ। ਨਹੀਂ, ਮਨ ਨੇ ਨਹੀਂ ਛੱਡਿਆ, ਮਨ ਨੇ ਨਹੀਂ ਛੱਡਿਆ। ਮਨ ਜਦੋਂ ਤੱਕ ਛੱਡਦਾ ਨਹੀਂ, ਚਾਹੇ ਮਨ ਬੁੱਢਾ ਕਿਉਂ ਨਾ ਹੋ ਜਾਵੇ, ਮਨ ਨਹੀਂ ਛੱਡਦਾ। ਤ੍ਰਿਸ਼ਨਾ ਜਿਹੜੀ ਹੈ ਇਹ ਨਹੀਂ ਖਤਮ ਹੁੰਦੀ, ਰਸਾਂ ਦੀ ਅੰਦਰੋਂ ਚਾਹਤ। ਮਨ ਥੋੜ੍ਹਾ ਬੁੱਢਾ ਹੁੰਦਾ, ਧਿਆਨ ਦੇਣਾ, ਆਸਾਂ ਥੋੜ੍ਹਾ ਬੁੱਢੀਆਂ ਹੁੰਦੀਆਂ ਨੇ। ਸਰੀਰ ਬੁੱਢਾ ਜ਼ਰੂਰ ਸਾਡਾ ਹੋ ਰਿਹਾ, ਮੇਰਾ ਤੁਹਾਡਾ ਸਾਰਿਆਂ ਦਾ ਰੋਜ਼, ਪਰ ਜਿਹੜੀ ਅੰਦਰਲੀ ਜਿਹੜੀ ਵੇਦਨਾ ਭਾਵਨਾ ਜਾਂ ਰਸਾਂ ਨੂੰ ਮਾਨਣ ਦੀ ਅੰਦਰ ਜਿਹੜੀ ਭਾਵਨਾ ਹੈ, ਉਹ ਦਿਨੋਂ ਦਿਨ ਜਿਹੜੀ ਹੈ ਪ੍ਰਚੰਡ ਹੋ ਰਹੀ ਹੈ। ਮੋਹ ਦਿਨੋਂ ਦਿਨ ਵੱਧ ਰਿਹਾ ਹੈ, ਅੰਦਰੋਂ ਖਿੱਚ ਜਿਹੜੀ ਹੈ ਸੰਸਾਰ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹਨਾਂ ਚੀਜ਼ਾਂ ਦੇ ਬਾਰੇ ਹੀ ਸਾਨੂੰ ਗੁਰੂ ਦੇ ਗਿਆਨ ਦੁਆਰਾ ਪਤਾ ਲੱਗਦਾ ਵੀ ਸਾਰੇ ਸੰਸਾਰ ਦੇ ਵਿੱਚ ਚੱਲਣਾ ਕਿਵੇਂ ਹੈ, ਕਿਹੜੀਆਂ ਚੀਜ਼ਾਂ ਕੋਲ ਰੱਖਣੀਆਂ ਨੇ, ਕਿਹੜੀਆਂ ਛੱਡਣੀਆਂ ਨੇ, ਸਰੀਰ ਨੂੰ ਕਿਵੇਂ ਸਾਂਭਣਾ, ਆਪਣੇ ਮਨ ਨੂੰ ਕਿਵੇਂ ਸਾਂਭਣਾ, ਆਪਣੇ ਵਿਚਾਰਾਂ 'ਤੇ ਕਿਵੇਂ ਕੰਟਰੋਲ ਰੱਖਣਾ, ਆਪਣੀ ਬੁੱਧੀ 'ਤੇ ਕਿਵੇਂ ਕੰਟਰੋਲ ਰੱਖਣਾ। ਇਹ ਸਾਰਾ ਕੁਝ ਸਾਨੂੰ ਬਾਣੀ ਦੱਸਦੀ ਹੈ, ਬਾਣੀ ਸਾਨੂੰ ਦੱਸਦੀ ਹੈ। ਇਸ ਕਰਕੇ ਬਾਣੀ ਦੁਆਰਾ ਹੀ ਸਾਨੂੰ ਸੋਝੀ ਮਿਲੇਗੀ ਜਾਂ ਆਏਗੀ। ਸੋ ਗੁਰਬਾਣੀ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡਾ ਗਿਆਨ ਹੈ। ਅਸੀਂ ਇਸ ਬਾਣੀ ਤੋਂ ਗਿਆਨ ਲੈ ਕੇ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਾਈਏ। ਸੋ ਲੜੀਵਾਰ ਸ਼ਬਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 368। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਤਿਗੁਰ ਦੀ ਕਿਰਪਾ ਨਾਲ
मिलदा जां उहदी पहचान हुंदी है। महला चौथा गुरु रामदास महाराज जी का शब्द राग आसा। राग आसा दे विच घर छेवां के तीजा। सो ये तीन शब्द गुरु रामदास महाराज जी का फरमान है। कहते हथ कर तंत वजावै जोगी थोत्र बाजे बहन। अज दे शब्द विच लगभग सारिया पंक्तियां विच जोगी जोगी नूं लैके उदाहरण लई है ते ज्ञान साडे मन नूं दिता है। जे असीं अपने मन नूं जोगी भी कह लईए तो कोई गलत नहीं है। मन साडा जोगी भी है, मन साडा भोगी भी है। गल तो वैसे जिन्नी बाणी है ना, चाहे उदाहरण संसार की किसी भी चीज़ की लवे तो संबोधन मन नूं ही है। चाहे किसी जोगी नूं फड़िया जाए, चाहे किसी दैंत नूं फड़िया जाए, चाहे समुंदर की उदाहरण दी जाए, चाहे किसी भी चीज़ की होवे, जो असीं भाव अर्थ करते हैं फिर मन नूं संबोधन करते हैं गुरु साहब। इत्थे जोगी की उदाहरण दी है, असीं मन नूं जोगी मन के चलते हैं, अर्थ वधिया होणगे। महाराज जी कहते जोगी जिहड़े ने हथ विच किसी ने तुंबा तार फड़ी हुंदी, कईयां ने डपली फड़ी हुंदी है, कईयां ने किसी तरह के कोई साज फड़िया हुंदा। हथ कर तंत बजावै जोगी थोथर बाजे बेन। कहते जोगी हथ विच फड़ के किंगुरी जां तार वजाउंदा है। कहते पर जे उहदा मन, जे उहनूं बोलना ना आवे, जे वो गूंगा होवे, जां इंज कह लईए भी किसी नूं साज वजाउणा आउंदा होवे ते वो गूंगा होवे ते उहदे साज वजाउण दा की फायदा। साज जो वजदा है उहदे नाल मिठी मिठी आवाज़ भी चलनी चाहिए है। कला साज ठीक है, वह भी सानू आनंद दिंदा है, पर जो साज दे नाल कोई आवाज़ कढ़दा है, कोई आवाज़ का लहजा आंदा सामने लै आउंदी है, फिर सानू वो बहुत वधिया लगदा है। महाराज जी कहते हे जोगी जां हे जोगी मन, तू हथ विच जां अपने कोल तार वजावे, प्रेम की तार कह लीए, बाहरले कोई भजन गाउंदे ने वो तार कह लीए, वो ट्यून कह लीए, पर मुख होवे गूंगा जां जिसका मन नहीं जुड़ता शब्द नाल उन्होंने भी गूंगा ही कहा। जिसका मन शब्द दे विच टिकदा नहीं वो भी गूंगा ही ते बहरा है। हथ कर तंत बजावे जोगी थोथर बाजे बहन। थोथर का मतलब खाली व्यर्थ, ਉਹਦੀ बजाई हुई तार जिहड़ी है व्यर्थ चली जाती है। ਜਾਂ होर मैं सौखी गल करदा, जो मैं पंक्तियां पढ़दा ना मैनू समझ लगे ना तुहानू समझ लगे तो वो महाराज जी कहते बिरथी चली जाती है। वो आवाज़ गल कीती बिरथी चली जाती है। समझ लगनी चाहिए है। जिन्नी बाणी असी मतलब पढ़ते हैं सुनते हैं वो सानू समझ लगनी चाहिए है। समझ इन्नी क नहीं लगनी चाहिए भी सोचा सोच ना होवे जे सोची लखवार, ये तो कन ने सुन लिया। ਇਹਦਾ मतलब भी मैनू तुहानू पता होना चाहिए भी ਇਹਦਾ मतलब की है। जे ਉਹਦਾ मतलब पता होएगा तो फिर वो सुनने का सानू ज़्यादा आनंद आवेगा। जे ਉਹਦਾ अर्थ या मतलब नहीं पता होएगा, देखो टीवी दे विच खबरां जिहड़ियां ने ना वो होर भाषा वालियां भी चैनल ते लगियां हुंदियां, वो भी बड़ा सोहना बोलते हैं टका के, पर सानू समझ लिया असीं चैनल बदल लैंदे। वो किहड़ा कोई गलत बोलते हैं, बोलते तो सही ने, पर जदों सानू असीं कहने भी तो पता नहीं किहड़ी भाषा लग गई, सानू तो इहदी समझ ही नहीं, असीं अगे चैनल कर दिंदे आ, ये नहीं सानू समझ आती। जां अंग्रेजी च खबर आउंदियां होण, जिन्हों पंजाबी कल्ली आउंदी अंग्रेजी नहीं आउंदी, वो कहंदा मैनूं तो समझ नहीं लगदी, मैं क्यों सुना। पर जिन्हों समझ आती वो कहंदा बहुत सोहना रहंदे लगा। जिसनों समझ आउंदी है ਉਹਨੂੰ ਸੁਣਦਾ, ਜਿਹਨੂੰ समझ नहीं लगती वो अगे तुर पैंदा, ਉਹਨੂੰ को कहता ਇਹਦਾ कोई फायदा नहीं, मैनूं तो समझ नहीं लगती। जिहड़ी बाणी असीं सुनते हाँ पढ़ते हाँ, जे ਉਹਦੀ समझ ना लगे जां जिहड़ा कीर्तन के शब्द पढ़ते हैं ਉਹਦੀ समझ ना लगे, महाराज जी कहते वो थोथर है। थोथर मतलब व्यर्थ है, खाली है, खाली है, ਉਹਦਾ कोई अर्थ नहीं रहिंदा जे समझ ना लगे। इस करके महाराज जी जोगियां नूं कहंदे ने ते मन नूं संबोधन करके कहंदे ने भावें तू जिन्ना मर्जी कर्म करी जा, कर्म कांड करी जा, उतों उतों कथा कीर्तन सुनी जा, करी जा, बजाई जा ढोल,
पर जे अंदर मन बोला तो गूंगा होया बैठा है तो फिर सारा कुछ व्यर्थ है। मन समझावन कारणे कछोक पढ़िए ज्ञान, अखियां नाल दर्शन कर ले, मन नूं ज्ञान पढ़ाउणा है, मन नूं सोझी देनी है। तो जे मन सुता ही रहा, नर चाहत कछ और औरे की औरे भी, मन घर विच वड़िया रहा, मन कारोबार विच वड़िया रहा, मन चिंता विच वड़िया रहा, तो सुनाउणा किनू सी ज्ञान, देना किनू सी ज्ञान, वो तो मन नूं देना सी। इस करके मन नूं हाज़र नहीं किया। तो महाराज जी कहते व्यर्थ थोथर बाजे बेन, जिमें किसी कोई रागी राग तो केवल बजावे तो बोले ही ना, अगला बंदा कहेगा वो बोल भाई, बोल तो सही, कुछ सुना तो सही। जे वो सुनावे ना जा कुछ नहीं, सानू नहीं कोई आनंद आया, तो सुनाया ही नहीं कुछ, कल्ली बजा दी। सो इस करके महाराज जी कहते भी वो चीज़ वजे भी तो वो नाल बोल भी होण, वो चले, फिर सोने ते सुहागा हुंदा है, तां सोने ते सुहागा हुंदा। जां होर मैं सौखी उदाहरण बहुत देना हुन्ना, सोहणे कपड़े पाए ने, जे कोई उन्होंने सलाहे ही ना दिखा दे सोहणे, सोहणे कपड़े पा ले, महंगे कपड़े पा ले, जे उन्होंने कोई सलाहे ही ना, मतलब वड्याई ना करे, तो काहदे सोहणे लीड़े, कोई सोहणे नहीं। इस करके ਜਾਂ कोई चीज़ खाधी ਉਹਦੇ ਨਾਲ ਭੁੱਖ ही ना मिटे। जे कोई चीज़ खाधी, कई बार ऐसी चीज़ खाने असीं कहने भाई मेरी भुੱਖ नहीं मिटी, मैनू तो फुलके ला के दे, मेरी नहीं ਇਹਦੇ ਨਾਲ भुੱख मिटी, मैनू तो प्रशादे ला के दे, रोटियां ला के दे, मेरी तो ਉਹਦੇ ਨਾਲ ही भुੱख मिटेगी बस। महाराज जी कहते जे शब्द ने तैनू ज्ञान ना दिता, सैटिस्फाई ना किया, तेरे अंदर सवालों के जवाब ना दिते, फिर काहदा शब्द सुनिया। गुरमत हर गुण बोलो जोगी, ये मनुआ हर रंग भेन। महाराज जी कहते हे जोगी, जां हे जोगी मन, गुरु की सिक्ख्या लै, गुरु का ज्ञान प्राप्त कर, और मन नू जिदा मन भ्यों के रखी दा ना, कोई चीज़ भ्यों के रखी दी है, कपड़ा भ्यों के रखी दा है भी उन्होंने ਉਹਦੀ मैल लाउणी होवे, कपड़े नूं भ्यों के रखते हैं। हलवाई लोग मठियाई बनाउंदे ने, रसगुल्ले गुलाब जामुन, उन्होंने भ्यों के रखते हैं चाणी विच। देखो उदाहरणां बड़ियां प्यारियां, सानूं समझ लग जाती। जलेब कड्ढी होवे उदां ही कोई भ्यों के ना रखे चाणी दे विच सानूं दे देवे, सानूं ਉਹਦਾ रस आएगा, वो की लगेगी, कख भी नहीं। जदों असीं उहनूं भ्यों के मठियाई नूं कोई भ्यों के रखदा चाणी दे विच, ਉਹਦਾ फिर विचों स्वाद आउंदा है, स्वाद आउंदा है। महाराज जी कहते मनुआ हर रंग भेन, भेन का मतलब भ्यों के, भिज के। मन नूं महाराज जी कहते शब्द विच भ्यों के रख, भ्यों के, जां रंग चढ़ना होवे कॉटन नूं, कपड़े नूं, उहनूं भ्यों के रखीदा। जदों मन नूं भी शब्द दे विच मतलब ला के रखीदा, कथा कीर्तन विच ला के रखीदा, मतलब जोड़ के रखीदा, इनू भ्यों के रखना कह सकते हैं। मन नूं भ्यों के रख, ते मन फिर तेरा उस रंग विच रंगिया जाएगा, जिन्हों कहते ने नाम रंग, जिन्हों कहते ने परमेश्वर की मेहर किरपा। भ्यों के रखना पैना, मतलब तेनों गुरु की संगत करनी पैनी है, तेनों साध संगत करनी पैनी है, तेनों नाम भजन करना पैना, कथा कीर्तन सुनना पैना, ਤਾਂ मन भिजया रहेगा। नहीं तो इन्हें सुक्की मशीनरी चल जाए तो पुरजे टुट जाते हैं। इस करके जे उन्होंने विच तेल बदली ना करवाया जाए, गड्डी दे विच जे उसकी सर्विस ना करवाई जाए, जो डेट दी होंदी है, तो वह गड्डी दे पुरजे सारा इंजन खराब हो सकता है। जे मन नूं शब्द विच भ्यों के ना रखा जाए, तो मन भी आप होदरा बन जाता है, मन भी मन मर्जी वाला बन जाता है, मन भी महाराज जी कहते फिर गधा बन जाता है। तो फिर गधे दे डंडे बहुत पैंदे ने। बाणी विच लिखिया, मैं अपने कोलों बिल्कुल नहीं कहता, मन खुटहर तेरा नहीं बसास, तू महा उदमादा, तू बड़ा भैड़ा है। तेरे वो खुरां दे उपरों वो जिहड़ा पैखर जां रस्सी उदों लाई जाती है जदों तैनूं लद दिता जाए, जां जदों मन भिज जाता है। ध्यान देना, जदों भिज जाता है फिर कुछ होर ही गल बनती है। जिहड़ा अंदरों भिजिया हुंदा उहदी रसना मिठी हुंदी है,
ਜਿਹਦਾ ਮਨ ਭਿੱਜਿਆ ਨਹੀਂ ਹੁੰਦਾ, ਸੁੱਕਾ ਹੁੰਦਾ, ਉਹਦੀ ਜ਼ੁਬਾਨ ਕੁਰਖਤ ਹੁੰਦੀ ਹੈ, ਕੜਵੀ ਹੁੰਦੀ ਹੈ, ਕੌੜੀ ਹੁੰਦੀ ਹੈ, ਬੇਰਸੀ ਹੁੰਦੀ ਹੈ। ਸੋ ਮਹਾਰਾਜ ਜੀ ਕਹਿੰਦੇ ਆਪਣੇ ਮਨ ਨੂੰ ਭਿਉਂ। ਜੋਗੀ ਹਰ ਦੇਹੋ ਮਤੀ ਉਪਦੇਸ਼। ਮਹਾਰਾਜ ਜੀ ਕਹਿੰਦੇ ਜੋਗੀ ਨੂੰ ਕਹਿੰਦੇ ਤੁਹਾਡੇ ਕੋਲ ਜੇ ਗਿਆਨ ਹੈ ਤੇ ਗਿਆਨ ਦਿਆ ਕਰੋ। ਜੇ ਸਾਡੇ ਮਨ ਨੂੰ ਗਿਆਨ ਹੈ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਗਿਆਨ ਵੰਡਿਆ ਕਰੋ। ਪਹਿਲਾਂ ਜੋਗੀਆਂ ਨੂੰ ਕਿਹਾ, ਜੋਗੀਓ ਜੇ ਤੁਹਾਡੇ ਕੋਲ ਕੋਈ ਗਿਆਨ ਹੈ, ਜੇ ਤੁਹਾਡੇ ਕੋਲ ਕੋਈ ਤੱਤਸਾਰ ਹੈ, ਜੇ ਤੁਹਾਡੇ ਕੋਲ ਕੋਈ ਧਿਆਨ ਹੈ, ਕੋਈ ਯੋਗ ਸਾਧਨਾ ਹੈ, ਜਾਂ ਤੁਹਾਡੇ ਕੋਲ ਕੋਈ ਰਿੱਧੀਆਂ ਸਿੱਧੀਆਂ ਹਨ, ਤੇ ਤੁਸੀਂ ਇਹਨੂੰ ਮਤੀ ਉਪਦੇਸ਼ ਚੰਗੀ ਚੀਜ਼ ਲਈ ਵਰਤੋ, ਲੋਕਾਂ ਦੇ ਭਲੇ ਲਈ ਵਰਤੋ, ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਵਰਤੋ, ਨਾ ਕਿ ਲੋਕਾਂ ਨੂੰ ਲੁੱਟਣ ਲਈ ਵਰਤੋ। ਧਿਆਨ ਦੇਣਾ, ਦੁਨੀਆ ਦੇ ਵਿੱਚ ਆਮ ਕਰਕੇ ਕੋਈ ਵੀ ਕਿਸੇ ਕੋਲੋਂ ਗੁਣ ਹੋਵੇ, ਕੋਈ ਵੀ ਕਿਸੇ ਕੋਲੋਂ ਲਿਆਕਤ ਹੋਵੇ, ਉਹ ਆਪਣੇ ਗੁਣ ਅਤੇ ਲਿਆਕਤ ਨੂੰ ਇਹ ਦੁਨੀਆ ਨੂੰ ਲੁੱਟਣ ਲਈ ਲੋਕ ਜ਼ਿਆਦਾ ਵਰਤਦੇ ਹਨ। ਸਾਰੇ ਨਹੀਂ ਮੈਂ ਕਹਿੰਦਾ, ਪਰ ਕਈਆਂ ਦੇ ਕੋਲ ਰੱਬ ਦੀ ਦਿੱਤੀ ਦਾਤ, ਲਿਆਕਤ, ਵਿੱਦਿਆ, ਪੜ੍ਹਾਈ, ਪੈਸਾ, ਰੁਪਈਆ, ਸ਼ੌਹਰਤ ਹੁੰਦੀ ਹੈ, ਉਹ ਉਸ ਨੂੰ ਭਲੇ ਦੇ ਲਈ ਵਰਤਦੇ ਨੇ। ਉਹ ਵੀ ਦੁਨੀਆ ਦੇ ਵਿੱਚ ਲੋਕ ਨੇ, ਉਹਨਾਂ ਦਾ ਮਨ ਭਿੱਜਿਆ ਹੁੰਦਾ ਤਾਂ ਉਹ ਚੰਗੇ ਪਾਸੇ ਤੁਰਦੇ ਨੇ, ਅਤੇ ਜਿਹਦਾ ਮਨ ਭਿੱਜਿਆ ਨਹੀਂ ਹੁੰਦਾ ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਦੁਨੀਆ ਤੋਂ ਤੰਗ ਵੀ ਕਰਦੇ ਨੇ, ਜਿਵੇਂ ਜੋਗੀ ਲੋਕ ਕਰਦੇ ਹੁੰਦੇ ਸੀ ਗ੍ਰਸਤੀਆਂ ਨੂੰ। ਸੋ ਗੁਰੂ ਰਾਮਦਾਸ ਜੀ ਕਹਿੰਦੇ ਨੇ, ਜੋਗੀ ਜਾਂ ਇਹ ਸਾਡੇ ਮਨ, ਜੇ ਤੈਨੂੰ ਗਿਆਨ ਮਿਲ ਗਿਆ ਤੇ ਤੂੰ ਗਿਆਨ ਆਪਣੇ ਕੋਲ ਰੱਖਿਆ ਤੇ ਤੂੰ ਹੰਕਾਰੀ ਹੋ ਜਾਏਗਾ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ। ਮੈਂ ਹੁਣ ਤੁਹਾਡੇ ਨਾਲ ਗਿਆਨ ਸਾਂਝਾ ਕਰਦਾ, ਹਲਕੇ ਹੋ ਜਾਈਦਾ। ਅਤੇ ਜੇ ਇਹਨੂੰ ਕਹੀਏ ਵੀ ਲੈ ਅਸੀਂ ਇਹ ਚੀਜ਼ ਕਿਉਂ ਸਾਂਝੀ ਕਰੀਏ ਅਤੇ ਸਾਨੂੰ ਪਤਾ ਕੋਲ ਰਵੇ, ਅਤੇ ਇਹ ਹੰਕਾਰ ਹੋਏਗਾ। ਇਹਦੇ 'ਤੇ ਗੁਰੂ ਖੁਸ਼ ਨਹੀਂ ਹੁੰਦਾ, ਕਿਉਂਕਿ ਗੁਰੂ ਨੇ ਸਾਨੂੰ ਹਮੇਸ਼ਾ ਸ਼ੁਰੂ ਤੋਂ ਹੀ ਵੰਡ ਛਕਣ ਦਾ ਹੁਕਮ ਕੀਤਾ ਹੋਇਆ। ਕੋਈ ਵੀ ਜਿਹੜੀ ਚੀਜ਼ ਹੈ, ਗਿਆਨ, ਪਦਾਰਥ ਹਨ, ਮਾਇਆ ਹੈ, ਕੋਈ ਵੀ ਹੈ, ਉਹ ਚੀਜ਼ ਮਹਾਰਾਜ ਜੀ ਕਹਿੰਦੇ ਸਾਰਿਆਂ ਵਿੱਚ ਵੰਡ ਕੇ ਛਕਣ ਦੇ ਨਾਲ ਉਹਦੀ ਤਾਕਤ, ਉਹਦੀ ਬਰਕਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਾਂ ਹੋਰ ਸੌਖੀ ਉਦਾਹਰਨ ਦੇਣਾ, 4 ਬੰਦੇ ਭੁੱਖੇ ਬੈਠੇ ਨੇ, ਉਹਨਾਂ ਨੂੰ 4 ਰੋਟੀਆਂ ਮਿਲੀਆਂ, ਤੜਫ ਰਹੇ ਨੇ। ਕੋਈ ਹਫ਼ਤੇ ਦੇ ਭੁੱਖੇ 4 ਬੰਦੇ ਬੈਠੇ ਹੋਣ, ਚਾਰੇ ਤੜਫ ਰਹੇ ਨੇ ਭੁੱਖ ਨੂੰ, ਉਹਨਾਂ ਨੂੰ 4 ਰੋਟੀਆਂ ਮਿਲ ਜਾਣ। ਜੇ ਇੱਕ 4 ਖਾ ਹੀ ਸਕਦਾ, ਇੱਕ ਨੇ 4 ਖਾ ਜਾਣੀ ਹੈ। ਜੇ ਉਹ ਇੱਕ ਬੰਦਾ ਉਹ ਸਾਰੀਆਂ 4 ਡਿਵਾਈਡ ਕਰ ਲਵੇ, ਵੰਡ ਕੇ ਦੇ ਦੇਵੇ, ਅਤੇ ਉਹ ਸਾਰਿਆਂ ਨੂੰ ਇੱਕ ਇੱਕ ਰੋਟੀ ਮਿਲ ਜਾਏਗੀ, ਸਾਰੇ ਤੜਫਣੋਂ ਬਚ ਜਾਣਗੇ। ਵੰਡ ਕੇ ਛਕਿਆ, ਚੰਗਾ ਹੋ ਗਿਆ ਨਾ, ਉਹਦਾ ਭਲਾ ਹੋ ਗਿਆ, ਉਹਦਾ ਭਲਾ ਹੋ ਗਿਆ। ਸਾਡੇ ਘਰ ਕੋਈ ਫਾਲਤੂ ਚੀਜ਼ ਪਈ ਹੈ, ਸਾਡੇ ਕੰਮ ਦੀ ਨਹੀਂ, ਠੀਕ ਹੈ। ਕਈ ਚੀਜ਼ਾਂ ਹੋ ਸਕਦੀਆਂ ਨੇ, ਹਰ ਘਰ ਵਿੱਚ ਪਈਆਂ ਹੁੰਦੀਆਂ ਨੇ, ਜਿਹੜੀਆਂ ਕੰਮ ਦੀਆਂ ਨਹੀਂ ਹੁੰਦੀਆਂ, ਉਹ ਕਿਸੇ ਲੋੜਵੰਦ ਨੂੰ ਦੇ ਦੇਣੀਆਂ ਚਾਹੀਦੀਆਂ, ਉਹ ਖਰਾਬ ਹੋ ਜਾਂਦੀਆਂ ਨੇ। ਕੋਈ ਕੱਪੜਾ ਹੈ, ਕੋਈ ਲੀੜਾ ਹੈ, ਕੋਈ ਖਾਣ ਵਾਲੀ ਚੀਜ਼ ਹੈ, ਕਿ ਫਰਿੱਜਾਂ 'ਚ ਪਈਆਂ ਮਠਿਆਈ ਕੀ ਹੋ ਗਈ, ਫਰੂਟ ਕੀ ਹੋ ਗਿਆ, ਬੜੀਆਂ ਚੀਜ਼ਾਂ, ਸਬਜ਼ੀਆਂ ਕੀ ਹੋ ਗਈਆਂ, ਖਰਾਬ ਹੋ ਜਾਂਦੀਆਂ, ਉਹ ਕਿਸੇ ਆਪਣੇ ਆਂਢ ਗੁਆਂਢ, ਕਿਸੇ ਲੋੜਵੰਦ ਨੂੰ ਦੇ ਦੇਣੀਆਂ ਚਾਹੀਦੀਆਂ, ਕਿਤੇ ਚੜ੍ਹਾ ਦੇਣੀਆਂ ਚਾਹੀਦੀਆਂ, ਤਾਂ ਜੋ ਕਿਸੇ ਦੇ ਮੁੱਖ ਦੇ ਵਿੱਚ ਪੈ ਜੇ ਅਤੇ ਉਹਨੂੰ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਸ਼ੇਅਰ ਕਰਨਾ, ਵੰਡ ਛਕਣਾ, ਇਹਦੇ ਨਾਲ ਫਾਇਦਾ ਹੁੰਦਾ। ਇਕੱਲਾ ਜਿਹੜਾ ਬੰਦਾ ਗਿਆਨ ਵੀ ਕੋਲ ਆਪਣੇ ਸਾਂਭ ਕੇ ਰੱਖਦਾ, ਉਹ ਵੀ ਗਲਤ ਹੈ। ਅਤੇ ਜਿਹੜਾ ਬੰਦਾ ਇਕੱਲਾ ਹੀ ਮੱਲ ਮਾਰ ਕੇ ਕਿਸੇ ਚੀਜ਼ 'ਤੇ, ਚਾਹੇ ਖਾਣ ਵਾਲੀ, ਚਾਹੇ ਵਿਦਵਤਾ, ਚਾਹੇ ਦੁਨੀਆ ਦਾ ਧਨ, ਕੋਈ ਵੀ ਚੀਜ਼ ਹੈ, ਮਹਾਰਾਜ ਜੀ ਕਹਿੰਦੇ ਉਹ ਜਿਹੜੀ ਚੀਜ਼ ਹੈ ਹੰਕਾਰੀ ਬਣਾਏਗੀ, ਔਰ ਉਹ ਜਿਹੜੀ ਚੀਜ਼ ਹੈ ਬੰਦੇ ਨੂੰ ਦੁਖੀ ਕਰੇਗੀ। ਵੰਡ ਕੇ ਛਕੀ ਹੋਈ ਚੀਜ਼ ਜਾਂ ਵੰਡਣਾ, ਇਹ ਮਨੁੱਖ ਨੂੰ ਖੁਸ਼ ਰੱਖੇਗਾ, ਪ੍ਰਸੰਨ ਰੱਖੇਗਾ। ਸੋ ਮਹਾਰਾਜ ਜੀ ਕਹਿੰਦੇ ਤੁਸੀਂ ਉਪਦੇਸ਼ ਦਿਓ ਜੇ ਤੁਹਾਡੇ ਕੋਲ ਗਿਆਨ ਹੈ। ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ਼। ਉਹ ਪ੍ਰਮਾਤਮਾ ਜਿਹੜਾ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ਼। ਜਿਹੜਾ ਹਰ ਯੁੱਗ ਦੇ ਵਿੱਚ ਵਰਤ ਰਿਹਾ, ਆਪਣੀ ਤਾਕਤ ਦੇ ਨਾਲ ਸੰਸਾਰ ਨੂੰ ਚਲਾ ਰਿਹਾ, ਮੈਂ ਉਹਦੇ ਅੱਗੇ ਸਿਰ ਨਵਾਉਂਦਾ ਹਾਂ। ਗਾਵੇ ਰਾਗ ਭਾਤ ਬਹੁ ਬੋਲੇ, ਇਹ ਮਨੁਆ ਖੇਲੈ ਖੇਲ। ਮਹਾਰਾਜ ਜੀ ਕਹਿੰਦੇ ਜੋਗੀ ਲੋਕ ਰਾਗ ਗਾਉਂਦੇ ਹਨ, ਜਾਂ ਆਮ ਲੋਕ ਵੀ ਜਿਹੜੇ ਨੇ ਦੁਨੀਆ ਵਿੱਚ ਰਹਿਣ ਵਾਲੇ, ਉਹ ਵੀ ਰਾਗ ਜਾਂ ਬੋਲ ਗਾਉਂਦੇ ਹਨ। ਮਹਾਰਾਜ ਜੀ ਕਹਿੰਦੇ ਪਰ ਮਨ ਜਿਹੜਾ ਹੈ,
गावे राग भांत बो बोले ये मनुआ खेलै खेल। मन जिहड़ा होर खेडां ना खेली जाए, जिहड़ी पढ़ाई मन नूं पढ़ाई जाए, जिहड़ा गीत मन नूं सुनाया जाए, जिहड़ा प्रेम दा गीत, रब दा गीत, वो मन उस गीत नूं सुने, ना कि होर खेडां खेडी जाए। जिवें नियाणे नूं असीं कई वार कोई चीज़ दसी दी, वो खेडां खेडी जांदा है, ਉਹਦਾ मन खेडां विच ही हुंदा है। सो महाराज जी कहंदे इस तरह ना समझी भी लोग जाने ये गीत है। जिवें मैं कथा करदा, कोई कहे भी ये तो गल्लां बातां ही ने, ये गल्लां बातां नहीं है। जां कोई रब दी गीत जां रब दी सिफत कीर्तन राही करदा होवे, कहे भी ये तो एवें ही है, नहीं। महाराज जी कहंदे ये तो ब्रह्म विचार, ये तो ब्रह्म दी विचार है, ये तो रब दी विचार है। सारे नहीं करते, जिहदे कोलों कोई कराउंदा है, सारे नहीं जपदे, जिस कोलों जपाउंदा है, सारे आउंदे, सारे नहीं बहिंदे, जिन्हों वो बिठाउंदा है वही करते हैं, सारे थोड़ो करते हैं ब्रह्म विचार। इस करके ब्रह्म विचार हुंदी है ते गुरु की बख्शिश हुंदी है। जो वै कूप सिंचन को बसुधा, महाराज जी फरमान करते हैं मन की हालत ऐसी है, कहते जिमें कोई ढगे कह दो या बल्द कह दो, बल्दां नूं खूह दे उपर कोई जो के उहदे विचों पानी कढ़ के धरती नूं सिंजण दे लई बैलां नूं जोए, बैलां नूं जोए, खूह ते जोए, अगे खूह ते जोंदे सन, वो खूह ते जोए भी क्यारियां भर दवे, सब्जियां लाइयां उन्होंने पानी लग जाए। कहते पर वो जिहड़ा बैल घुमदे ने जां बलद घुमदे ने, पानी कढ़दे ने खूह दीयां टिंडां विच, जिहनूं कह सकदे आपां, पुराने ज़माने विच खूह दे विचों पानी निकलदा सी। जे उही बैल जिहड़े ने जिहड़ी खेती नूं पानी दिंदे उहनूं खा जाण, किड्डी वड्डी गल कही महाराज जी ने। जोवै, जोवे दा मतलब जोना, जोना बलदां दी जोड़ी या पशुआं दी जोड़ी नूं जोना। जोवै कूप, कूप दा मतलब खूह, कूप भरे भरे हो जैसे दादरा, जिमें किसान जोवै कूप, कूप मतलब खूह, जिमें खूह ते बलदां दी जोड़ी नूं जोंदे ने, को बसुधा ते बसुधा कहंदे ने धरती नूं सिंजण दे लई। ते उठ बैल गए चर बेल, बेल दा मतलब हरी खेती जां हरियां बेलां। ते वो बैल जिहड़ी वो खेती जिन्हों असीं पानी देना सी जां जिहड़े खेत नूं पानी देना सी, उहदे कोई फसल जी उही चर जाण जां खा जाण, ते वो पानी देण दा की फायदा होया। ज्ञान बहुत वड्डा, समा घट है, बहुत डूंघा ज्ञान है इहदे विच। इस शब्द इस पंक्ति विच बहुत डूंघा ज्ञान है। मन बादशाह सी, साडा मन बादशाह जी बादशाह सी, पर इन्हें ना अपनी कीती कमाई आप ही इन्हें हरा दी जुए दे विच, सारी खत्म कर दी। ते फिर अपनी खेती इसने आप उजाड़ दी, अपना मूल आप गवा लिया। तो फिर ये पल्ले की पिया, ये पल्ले उदासी नमोशी, ये पल्ले कुछ नहीं पिया। जिस दे मन ने मन मर्जी दे नाल अपनी खेती नूं आप टक लाता, उजाड़ा देता, जिसने पाए कुहाड़ा मारिया गाफल अपने हाथ, जिस दे मन ने अपने अंदर नूं आप खराब कर लिया विचारां दे नाल, क्रोध नाल, वासना नाल, लोभ नाल, मोह नाल, दुविधा नाल, भरम दे नाल एक खेती खराब कर लई, तो फिर ਉਹਦੇ अंदरों शांति कित्थे रहनी सी। उसने अपना मूल आप ही गवा लिया। वो मन रूपी बल्द फिर किस काम दा, वो मन रूपी बल्द फिर किसी काम दा नहीं। तो जिहड़ा काम दा नहीं हुंदा लोग उसनूं छड़ दिंदे ने, रस्से खोल दिंदे ने, संगल किले नालों खोल दिंदे ने, तो फिर उन्हों डंडे पैंदे ने। इस करके किसी मालक के घर दे विच बझा होया, मालक की वफादारी करन वाला पशु हमेशा टाइम नाल पट्ठे मिलते हैं, टाइम नाल उसनूं पीण नूं पानी मिलता है खुंडे जां किले ते जिस दे संगल खोल दिते जाते हैं उन्होंने डंडे पैंदे ने गलियां विचों। किसी किसान की फसल खांदा उन्होंने बहुत डांगा पैंदियां ने। इस करके मन जदों खुल जाता है, मन जदों अपनी मन मर्जी करता है, फिर महाराज जी कहते ने इनू डंडे पैंदे ने, इनू परेशानी दे डंडे, क्लेश दे डंडे, दुख दे डंडे, ते फिर भज दौड़ के फिर मुड़
कहता चलो अपने घर चलीए, उत्थे ठीक सी। मन परदेसी वे प्यारे आओ घरे, जिवें असीं निआणे नूं कहने आ जा बिगड़ गया हुण तू, कोई नहीं आ जा तैनूं संभालांगे, घरे ते आ जा। जे नहीं गलतियां करनों हटदा, नशा करनों हटदा, तैनूं किते सुट देंगे नशा छडाओ केंद्र आ दे जा। मन नूं भी महाराज जी कहंदे तू बिगड़ गया, मन मर्जी करदा पिया, मन परदेसी होए, परदेसी हो गया देश छड्ड के, अपने घर नूं आ जा। मन परदेसी वे प्यारे आ जा, वे प्यारे आओ घरे, अपने घर नूं आ जा। देख लिया ना उन्होंने घूम फिर के। काया नगर में कर्म हर बोवो, महाराज जी कहते ये जिहड़ा काया तेरा शरीर एक नगर, ਇਹਦੇ ਵਿੱਚ कर्म की खेती कर, कर्म हर बोवो हर जामे हरिया खेत, ਇਹਦੇ ਵਿੱਚ कर्म रूपी खेती इन्नी ਵਧੇਗੀ, ਇੰਨੇ कर्म रूपी फल लगणगे, ते तू फिर आपे बीज आपे ही खाओ, नानक हुक्मी आओ जाओ। काया नगर में है कर्म हर बोवो, इस काया शरीर विच कर्म रूपी खेती कर बो, ते हर जामे हरिया खेत, ते तू अंदरों बाहरों खुश रहेगा, प्रसन्न रहेगा, हमेशा चढ़दी कला दे विच रहेगा, हमेशा सतगुरु जी की मेहर कृपा का पात्र बनिया रहेगा। मनुआ अस्तर बैल मन जोवो, हर सिंचो गुरमुत जेत। सो महाराज जी कहते जोगियां नूं कहते भी सिमरन की बरकत नाल, मैं पहला बेनती की मन नूं असीं जोगी मन के तुरना, इस मन नूं महाराज जी कहते मनुआ अस्तर बैल मन जोवो। सो इस टिके हुए मन नूं बैल वांगू जो लवो, तो इनू फिर ये तो कम लवो। मन हाली करसानी करनी शर्म पानी तन खेद, जिस नाल गुरु की मत आवे अते नाम की संचाई होवे, नाम अंदर जेड़ा साडे आ जावे। जोगी जंगम सिट सब तुमरी, जो देहो मती तित चेल। सो महाराज जी कहते हैं जोगी जंगम आदि सारी ये सृष्टि जिहड़ी है, मन की अंदरली अवस्था बाहरली अवस्था सारी तेरी रची हुई है, तो जिहड़ी मत तू सानू जां सारी सृष्टि नूं दिंदा ਉਹ ही लैके असी तुरते हाँ। जन नानक की प्रभा अंतर जामी, हर लावो मनुआ पेल। सो महाराज जी कहते पेल का मतलब प्रेर के। महाराज गुरु रामदास जी कहते ने मेरे मालक मैनू तो मेहर करके मेरे मन नू प्रेर दे, मेरे मन नू प्रेरणा दे, अपने चरणों वाल जोड़ दे। इसनों प्रेर के, मन नू प्रेर के। प्रेरणा देखो सानू किताबां तो मिलती है, प्रेरणा सानू सत संगत तो मिलती है, प्रेरणा सानू गुरु तो मिलती है, प्रेरणा सानू चंगे इंसानां तो मिलती है, प्रेरणा सानू अपनियां गलतियां तो मिलती है, प्रेरणा सानू अपने जीवन तो मिलती है, प्रेरणा सानू ठुड्डे ला के धक्के खा के भी मिलती है। पर प्रेरणा लै लेनी चाहिए, प्रेरणा नू छड्डना नहीं चाहिए। जां असीं एक दूजे लफ्ज़ां कह सकते हैं सिੱਖਿਅਕ जां सिੱਖਿਆ। प्रेरणा वैसे किसी तो प्रेरित होना, सिੱਖਿਆ तो वैसे जिदा सतगुरु ने अपना शब्द सुनाया जां किसी ने सानूं चंगी गल दसी, वो सिੱਖਿਆ। प्रेरणा होंदी जिवें बंदा किसी नूं देख लैंदा है ना, ਉਹਦੇ तो ना ਉਹਦੇ जीवन तो प्रेरित हो जाता भी इन्ना वधिया ਉਹਦਾ जीवन, ਉਹਦੇ तो प्रेरणा लै लैंदा, ਉਹ प्रेरित है। महाराज जी कहते मन भी साडा जिहड़ा गुरुआं दे जीवन तो, भगतां दे जीवन तो, चंगे इंसानां साधुआं संतां सत संगियां दे जीवन तो प्रेरणा लैके तेरे चरणों में जुड़ जाए, ये मेरी अरदास बेनती है। सो इस अज दे लड़ीवार शब्द की बड़ी प्यारी विचार, बहुत किरपा महाराज करते हैं। आप ही ये लफ्ज़ां नूं सैट करके बहुत वधिया तरीके दे नाल, कई बार इदां दा लफ्ज़ बन जाता लम्मा हो जाता, पर लम्मा फिर भी वो महाराज ना बड़ा सोहना उन्होंने ना मैं सुनता हूँ बाद में रिकॉर्डिंग, कई बार इदां दे अल्फाज जां लफ्ज़ जीव ते आ जाते हैं, वो गल नूं महाराज आपे ही बना देंदे ने। कई बार गल ना बनती होई भी इन्नी वधिया बन जाती है, हैरान होईदा भी इदां भी हो जाता है। यही तो ज्ञान है, यही तो किरपा है, यही तो प्रेरणा है, यही तो बख्शिश। सो महाराज मेहर करे इस बाणी का शब्द का सारा भावार्थ महाराज जी सब संगत के हिरदियां ते सब का भला, सब नूं तंदुरुस्ती, सब के बच्चों नूं खुशहाली, तरक्कियां, खुशियां नाल झोलियां भरो, सानू बख्श लो, खिन खिन भुल्लनहार हाँ महाराज। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।